सब इनू ਅਸੀਂ ਕਹਿ ਸਕਦੇ ਹਾਂ ਵੀ this is due to stress ਮਾਨਸਿਕ ਤਣਾਅ ਜਾਂ ਮਾਨਸਿਕ ਤਣਾਅ ਕੁਝ This ਅਲੱਗ is ਚੀਜ਼ ਹੈ stress is one of the biggest contributor factors for suicide, and these are preventable. ਇਹ अर्ली ਆਈਡੈਂਟੀਫਿਕੇਸ਼ਨ ਔਰ ਇਸ ਨੂੰ ਜਿਹੜਾ ਹੈਗਾ अर्ली ਮੈਨੇਜਮੈਂਟ ਕਰਕੇ ਇਹਨੂੰ ਪ੍ਰੀਵੈਂਟ ਔਰ ਰੋਕਿਆ ਜਾ ਸਕਦਾ ਹੈਗਾ। ਅਨਇੰਪਲੋਇਮੈਂਟ ਜਿਹੜੀ ਖਾਸ ਕਰ ਹੁਣ ਯੂਥ ਦੀ ਹੈਗੀ ਹੈ, ਜਿਹੜੇ ਪੜ੍ਹੇ ਲਿਖੇ ਯੂਥ ਨੇ ਉਹਨਾਂ ਦੇ ਅੰਦਰ ਅਨਇੰਪਲੋਇਮੈਂਟ ਹੈ। ਅਗਰ ਆਪਾਂ ਅਨਇੰਪਲੋਇਮੈਂਟ ਡੇਟਾ ਇਸ ਟਾਈਮ ਤੇ ਹੁਣ ਦੇਖਦੇ ਹਾਂ ਕਰੋਨਾ ਟਾਈਮਸ ਦੇ ਅੰਦਰ, ਤਾਂ ਉਹ ਕਾਫੀ ਹਿਊਜ ਡੇਟਾ ਹੈਗਾ। ਕਰੀਬਨ 4.5 ਕਰੋੜ ਜਿਹੜੀਆਂ ਹੈਗੀਆਂ ਨੌਕਰੀਆਂ ਗਈਆਂ ਨੇ ਕਰੋਨਾ ਟਾਈਮਸ ਦੇ ਅੰਦਰ, ਜੋ ਉਹਨੇ ਸਰਕਾਰੀ ਅੰਕੜੇ ਹੈਗੇ ਨੇ। ਸਭ ਤੋਂ ਪਹਿਲਾਂ ਤੇ ਇਹੀ ਹੈਗਾ ਕਿ ਮਾਨਸਿਕ ਬਿਮਾਰੀਆਂ ਔਰ ਦਿਮਾਗੀ ਰੋਗਾਂ ਤੇ ਸਰਕਾਰ ਬਹੁਤ ਘੱਟ ਧਿਆਨ ਦੇ ਰਹੀ ਹੈ। ਹੈਲਥ ਦਾ 1.7% ਹੀ ਸਿਰਫ ਸਾਈਕੈਟ੍ਰਿਕ ਇਲਨੈਸ ਔਰ ਮੈਂਟਲ ਇਲਨੈਸ ਨੂੰ ਦਿੱਤਾ ਜਾਂਦਾ ਹੈ। ਮੇਕ ਇਨ ਇੰਡੀਆ ਪ੍ਰੋਜੈਕਟ ਜਿਹੜਾ ਹੈਗਾ ਉਹਨੂੰ ਸਕਸੈਸਫੁਲ ਤਾਂ ਯੂਥ ਨੇ ਕਰਨਾ। ਅਗਰ ਯੂਥ ਆਪਣੀਆਂ ਜਾਨਾਂ ਗਵਾਈ ਜਾਏਗਾ ਇਸ ਤਰੀਕੇ ਦੇ ਨਾਲ, ਸੁਸਾਈਡਸ ਦੇ ਨਾਲ, ਤਾਂ that is the worst case scenario for Indians. D4 न्यूज़ देख रहे तमाम दोस्तों को दीपक भंडारी का नमस्कार। आज है वर्ल्ड सुसाइड प्रिवेंशन डे। हम बात करेंगे जाने माने साइकेट्रिस्ट मनोचिकित्सक डॉक्टर हरजोत सिंह मक्कड़ के साथ। आखिर क्या कारण है कि तनाव के कारण जो है आत्महत्याएं बढ़ रही हैं। युवा खासकर जो आजकल कोरोना को दौर है, इस दौरान अगर इनकी बात माने तो जो आत्महत्या की जो संख्या है वो आंकड़ा दोगुना हो गया है। अकेलापन, तनाव, परेशानी, बेरोजगारी, आखिर किन चीज़ों के कारण आत्महत्याएं बढ़ रही हैं और इसके लिए सरकारों को क्या करना चाहिए। हमारे साथ हैं डॉक्टर हरजोत सिंह मक्कड़। डॉक्टर साहब सत श्री अकाल जी। डॉक्टर साहब थोड़ा साडे D4 न्यूज़ चैनल स्वागत है। डॉक्टर साहब थोड़ा दसना एक जे ਅਸੀਂ ਗੱਲ ਕਰੀਏ ਪਿਛਲੇ 10 ਸਾਲਾਂ ਦੀ, ਤਣਾਅ ਦੇ ਕਾਰਨ ਕਿੰਨਾ ਸੁਸਾਈਡ ਰੇਟ ਵਧਿਆ? ਦੇਖੋ, ਅਗਰ ਮੈਂ ਗੱਲ ਕਰੂੰਗਾ 2009 ਦੀ ਔਰ 2019 ਦੀ, ਜਿਹੜਾ ਨੈਸ਼ਨਲ ਮੈਂਟਲ ਹੈਲਥ ਸਰਵੇ ਹੈਗਾ, ਉਸਨੇ ਸ਼ੋ ਕੀਤਾ ਹੈ ਕਿ ਕਰੀਬਨ ਡਬਲ ਹੋਇਆ ਸੁਸਾਈਡਸ ਸਾਰੇ। ਅਗਰ ਇੰਡੀਆ ਦੀ ਗੱਲ ਕਰਾਂਗੇ ਤਾਂ ਉਹਦੇ ਅੰਦਰ ਕਰੀਬਨ ਸੁਸਾਈਡ ਜਿਹੜੇ ਕਰਕੇ ਡੈਥਸ ਜਿਹੜੀਆਂ ਸੁਸਾਈਡਸ ਦੇ ਕਰਕੇ ਨੇ ਉਹ ਕਰੀਬਨ ਡਬਲ ਹੋ ਗਈਆਂ ਨੇ। ਜੇ ਆਪਾਂ ਪੰਜਾਬ ਦੀ ਗੱਲ ਕਰੀਏ ਤਾਂ ਕਰੀਬਨ 900 ਡੈਥਸ ਹੈਗੀਆਂ ਸੀਗੀਆਂ ਜਿਹੜੀਆਂ 2009 ਦੇ ਅੰਦਰ ਬਾਈ ਸੁਸਾਈਡ ਸੀਗੀਆਂ, ਔਰ ਇਹੀ ਅੰਕੜਾ ਹੁਣ 2400 ਦੇ ਕਰੀਬ ਹੈ 2019 ਦੇ ਅੰਦਰ। ਤੇ ਅੱਛਾ ਡਾਕਟਰ ਸਾਹਿਬ, ਇਹ ਸਰਵੇ ਕਿਹਦਾ ਹੈ ਜਿਹੜਾ ਨੈਸ਼ਨਲ ਮੈਂਟਲ ਹੈਲਥ ਸਰਵੇ ਹੈਗਾ? ਇਹ ਸਾਡੀ ਨੈਸ਼ਨਲ ਅਥਾਰਟੀ ਹੈ ਜਿਹੜੀ ਇਹਨਾਂ ਦੇ ਉੱਤੇ ਸਰਵੇ ਕਰਦੀ ਹੈ, ਜਿਹੜੇ ਦਿਮਾਗੀ ਰੋਗਾਂ ਔਰ ਸਾਈਕੈਟ੍ਰਿਕ ਡਿਸਆਰਡਰਸ ਦੀਆਂ ਜਿਹੜੇ ਸਰਵੇ ਹੈ। ਤੇ ਡਾਕਟਰ ਜੀ ਅਸੀਂ ਗੱਲ ਕਰੀਏ ਪੰਜਾਬ ਦੀ, ਪੂਰੇ ਇੰਡੀਆ ਚੋਂ, ਤੇ ਪੰਜਾਬ 'ਚ ਸੁਸਾਈਡ ਰੇਟ ਦੀ ਸਥਿਤੀ ਕੀ ਹੈ? ਪੰਜਾਬ 'ਚ ਵੀ ਆਲਮੋਸਟ ਜਿੱਥੇ ਬਾਕੀ ਸਾਰੇ ਇੰਡੀਆ ਦੇ ਅੰਦਰ ਕਰੀਬਨ ਡਬਲ ਹੋਇਆ ਸੁਸਾਈਡ ਰੇਟ, ਪੰਜਾਬ ਦੇ ਅੰਦਰ ਵੀ ਉਸੇ ਸਤਰ ਤੇ ਕਰੀਬਨ 10 ਸਾਲਾਂ ਦੇ ਅੰਦਰ 2.5 ਟਾਈਮਸ ਦੇ ਕਰੀਬ ਵਧਿਆ ਹੈਗਾ ਸੁਸਾਈਡ ਰੇਟ, ਮਤਲਬ 2.5 ਗੁਣਾ ਵਧ ਗਿਆ। ਪਹਿਲਾਂ ਕਿੰਨੇ ਸੁਸਾਈਡ ਜਿਹੜੇ ਲੋਕ ਕਰ ਰਹੇ ਹਨ ਤੇ ਉਹਦਾ ਏਜ ਗਰੁੱਪ ਕੀ ਹੈ? ਜਿਹੜਾ ਏਜ ਗਰੁੱਪ ਹੈਗਾ 15 to 29 ਈਅਰ ਏਜ ਗਰੁੱਪ ਜਿਹੜਾ ਹੈਗਾ, ਉਹਦੇ 'ਚ ਸੁਸਾਈਡ ਇਜ਼ ਦਾ ਸੈਕਿੰਡ ਲੀਡਿੰਗ ਕਾਜ਼ ਆਫ ਡੈਥ। ਫਰਸਟ ਜਿਹੜਾ ਕਾਜ਼ ਹੈਗਾ ਆਫ ਕੋਰਸ ਦੈਟ ਇਜ਼ ਐਕਸੀਡੈਂਟਸ, ਔਰ ਸੈਕਿੰਡ ਜਿਹੜਾ ਕਾਜ਼ ਹੈਗਾ ਇਨ 15 to 29 ਈਅਰ ਏਜ ਗਰੁੱਪ, ਉਹਦੇ ਅੰਦਰ ਸੁਸਾਈਡ ਇਜ਼ ਦਾ ਸੈਕਿੰਡ ਲਾਰਜੈਸਟ ਕਾਜ਼। ਐਂਡ ਵੀ ਆਰ ਟਾਕਿੰਗ ਅਬਾਊਟ ਇੰਡੀਆ ਐਂਡ ਵੀ ਆਰ ਟਾਕਿੰਗ ਅਬਾਊਟ ਇੰਡੀਆ ਐਜ਼ ਵੈਲ ਐਜ਼ ਅਬਾਊਟ ਦ ਵਰਲਡ। ਇਹ ਹਰ ਜਗ੍ਹਾ ਦੇ ਉੱਤੇ ਹੀ ਆਲਮੋਸਟ ਸੇਮ ਜਿਹੜਾ ਹੈਗਾ ਉਹ ਚੱਲ ਰਿਹਾ, ਔਰ ਇਹ ਪ੍ਰੀਵੈਂਟੇਬਲ ਡੈਥਸ ਨੇ। ਅਦਰਵਾਈਜ਼ ਫਿਜ਼ੀਕਲੀ ਹੈਲਦੀ ਇੰਡੀਵਿਜੂਅਲਸ ਹੈਗੇ ਨੇ ਜਿਨ੍ਹਾਂ ਨੂੰ ਕੋਈ ਰੋਗ ਨਹੀਂ ਹੈ, ਔਰ ਉਹ ਲੋਕ ਬਿਕੋਜ਼ ਆਫ ਸਾਈਕੋਲੋਜੀਕਲ ਰੀਜ਼ਨਸ ਔਰ ਬਿਕੋਜ਼ ਆਫ ਦੀ ਮੈਂਟਲ ਇਲਨੈਸਿਸ, ਉਹਦੇ ਕਰਕੇ ਉਹ ਲੋਕ ਸੁਸਾਈਡ ਕਰ ਲੈਂਦੇ ਨੇ, ਆਪਣੇ ਆਪ ਨੂੰ ਹੀ ਖਤਮ ਕਰ ਲੈਂਦੇ ਨੇ। ਸੋ ਇਹ ਇੱਕ ਪ੍ਰੀਵੈਂਟੇਬਲ ਕਾਜ਼ਸ ਹੈਗੇ ਨੇ ਡੈਥ ਦੇ, ਜਿਹੜੇ ਕਿ अर्ਲੀ ਆਈਡੈਂਟੀਫਿਕੇਸ਼ਨ ਅਗਰ ਕੀਤੀ ਜਾਵੇ ਤਾਂ, अर्ਲੀ ਮੈਨੇਜਮੈਂਟ ਕੀਤੀ ਜਾਵੇ ਤਾਂ ਈਜ਼ੀਲੀ ਟ੍ਰੀਟੇਬਲ ਕਾਜ਼ਸ ਹੈਗੇ ਨੇ। ਅੱਛਾ ਜੀ ਡਾਕਟਰ ਸਾਹਿਬ, ਜੇ ਗੱਲ ਕਰੀਏ ਟੋਟਲ ਡੈਥਸ ਜਿੰਨੀਆਂ ਸੁਸਾਈਡ ਕਰਕੇ ਸੁਸਾਈਡ ਹੁੰਦੇ ਆ, ਉਹਦੇ 'ਚ ਯੰਗਸਟਰਸ ਕਿੰਨੇ ਆ? ਯੰਗਸਟਰਸ ਕਰੀਬਨ ਜਿਹੜਾ ਹੈਗਾ ਦੇ ਫਾਰਮ ਅਬਾਊਟ 50% ਆਫ ਦ ਟੋਟਲ ਡੈਥਸ ਕਾਜ਼ਡ ਬਾਈ ਸੁਸਾਈਡ। ਕਰੀਬਨ 50 ਤੋਂ 70% ਦੀ ਜਿਹੜੀ ਡੈਥਸ ਹੈਗੀਆਂ ਨੇ। ਤੇ ਡਾਕਟਰ ਸਾਹਿਬ ਇਹਦਾ ਰੀਜ਼ਨ ਕੀ ਹੈ? ਦੇਖੋ ਯੁਵਾ 15, ਤੁਸੀਂ ਬੜੀ ਵੱਡੀ ਗੱਲ ਕਹੀ ਹੈ, 15 ਸਾਲ ਤੋਂ ਲੈ ਕੇ 29 ਸਾਲ ਤੱਕ ਜਿਹੜਾ ਡੈਥ ਰੇਸ਼ੀਓ ਹੈ ਉਹ ਬਹੁਤ ਜ਼ਿਆਦਾ ਹੈ। ਉਹ ਕਿਉਂ, ਰੀਜ਼ਨ ਕੀ ਡਾਕਟਰ ਸਾਹਿਬ? ਮਲਟੀਫੈਕਟੋਰੀਅਲ ਹੈਗਾ। ਜੇ ਆਪਾਂ ਇੱਕ ਕਰਕੇ ਇਸ ਦਾ ਅਗਰ ਪਲੀਜ਼ ਅਗਰ ਇਹਨਾਂ ਦਾ ਕਰਾਂਗੇ, ਜਿਹੜੇ ਕੁਝ ਸੁਸਾਇਟੀ ਦੇ ਅੰਦਰ ਚੇਂਜਸ ਆਏ ਨੇ, ਬਹੁਤ ਵੱਡੀ ਜ਼ਿੰਮੇਵਾਰੀ ਉਸ ਚੀਜ਼ ਦੀ ਹੈ। ਸੈਕਿੰਡ, ਜਿਹੜਾ ਇਨਕਰੀਜ਼ਡ ਅਮਾਊਂਟ ਆਫ ਡਰੱਗਸ ਹੈਗੀਆਂ ਨੇ ਉਹ ਇੱਕ ਕਾਜ਼ ਹੈਗਾ।
ਥਰਡ ਅਨਇੰਪਲੋਇਮੈਂਟ ਜਿਹੜੀ ਖਾਸ ਕਰ ਹੁਣ ਯੂਥ ਦੀ ਹੈਗੀ ਹੈ, ਜਿਹੜੇ ਪੜ੍ਹੇ ਲਿਖੇ ਯੂਥ ਨੇ ਉਹਨਾਂ ਦੇ ਅੰਦਰ ਅਨਇੰਪਲੋਇਮੈਂਟ ਹੈ। ਅਗਰ ਆਪਾਂ ਅਨਇੰਪਲੋਇਮੈਂਟ ਡੇਟਾ ਇਸ ਟਾਈਮ ਤੇ ਹੁਣ ਦੇਖਦੇ ਹਾਂ ਕਰੋਨਾ ਟਾਈਮਸ ਦੇ ਅੰਦਰ, ਤਾਂ ਉਹ ਕਾਫੀ ਹਿਊਜ ਡੇਟਾ ਹੈਗਾ। ਕਰੀਬਨ 4.5 ਕਰੋੜ ਜਿਹੜੀਆਂ ਹੈਗੀਆਂ ਨੌਕਰੀਆਂ ਗਈਆਂ ਨੇ ਕਰੋਨਾ ਟਾਈਮਸ ਦੇ ਅੰਦਰ, ਜੋ ਉਹਨੇ ਸਰਕਾਰੀ ਅੰਕੜੇ ਹੈਗੇ ਨੇ। ਸੋ ਇਹ ਸਾਰੇ ਚੀਜ਼ਾਂ ਫੈਕਟਰਸ ਹੈਗੇ ਨੇ। ਫਿਰ ਫੈਮਲੀਜ਼ ਦਾ ਜਿਹੜਾ ਇਕੱਠੀਆਂ ਫੈਮਲੀਜ਼ ਦਾ ਨਿਊਕਲੀਅਲਾਈਜ਼ ਹੋ ਜਾਣਾ ਔਰ ਸਿਰਫ ਇੱਕ ਛੋਟੀ ਫੈਮਿਲੀ ਬਣ ਕੇ ਰਹਿ ਜਾਣਾ, ਦੈਟ ਇਜ਼ ਆਲਸੋ ਰਿਸਪੌਂਸਿਬਲ। ਫਿਰ ਅਗਰ ਆਪਾਂ ਫੈਮਿਲੀ ਡਿਸਕੌਰਡ ਦੀ ਜਾਂ ਬਾਕੀ ਚੀਜ਼ਾਂ ਦੀ ਗੱਲ ਕਰਾਂਗੇ, ਸੋ ਉਹ ਸਾਰੇ ਵੀ ਕੰਟਰੀਬਿਊਟਰੀ ਫੈਕਟਰਸ ਬਣਦੇ ਨੇ ਸੁਸਾਈਡਸ ਨੂੰ। ਅੱਛਾ ਡਾਕਟਰ ਸਾਹਿਬ, ਸਾਡੇ ਕੋਲ ਇੱਕ ਅੰਕੜਾ, ਇੱਕ ਸਟੱਡੀ ਹੈ ਜਿਹਦੇ 'ਚ ਅਸੀਂ ਕਿਹਾ ਵੀ ਜੇ ਅਸੀਂ ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ ਦੀ ਗੱਲ ਕਰੀਏ ਤੇ 2019 ਦੇ ਵਿੱਚ ਜਿਹੜੀਆਂ 1,40,000 ਦੇ ਕਰੀਬ ਜਿਹੜੀਆਂ ਜੀ ਜਿਹੜੇ ਲੋਕਾਂ ਨੇ ਸੁਸਾਈਡ ਕੀਤੇ ਜੀ, ਉਹਦੇ ਚੋਂ 67% ਜਿਹੜੇ ਲੋਕ ਹੈ ਜੀ ਇਹ ਲੋਕ ਜਿਹੜੇ ਸੀਗੇ ਯੰਗਸਟਰ, ਔਰ ਇਹਦੇ ਚੋਂ 50% ਲੋਕ ਐਸੇ ਹੈ ਜਿਨ੍ਹਾਂ ਨੇ ਹੈਂਗਿੰਗ ਦੇ ਨਾਲ। ਤੇ ਸਰ ਇਹ ਮਤਲਬ ਰੀਜ਼ਨ ਕੀ, ਦੇਖੋ ਆਪਣੇ ਆਪ ਨੂੰ ਮਾਰ ਦੇਣਾ, ਆਪਣੀ ਜੀਵਨ ਲੀਲਾ ਸਮਾਪਤ ਕਰ ਦੇਣੀ। ਦੇਖੋ ਇਹਦੇ 'ਚ 3 ਚੀਜ਼ਾਂ ਹੁੰਦੀਆਂ ਨੇ। ਜਦੋਂ ਕੋਈ ਬੰਦਾ, ਕੋਈ ਯੂਥ ਆਪਣੇ ਆਪ ਨੂੰ ਹੋਪਲੈਸ, ਹੈਲਪਲੈਸ ਤੇ ਵਰਥਲੈਸ ਫੀਲ ਕਰਦਾ ਹੈ, ਇਹਨੂੰ ਅਸੀਂ ਬੈਕਸ ਟ੍ਰਾਇਡ ਕਹਿੰਦੇ ਹਾਂ। ਉਹਨੂੰ ਇਹ ਲੱਗਦਾ ਹੈ ਕਿ ਮੈਂ ਕਿਸੇ ਵਰਥ ਨਹੀਂ ਹੈਗਾ ਔਰ ਮੇਰੀ ਕੋਈ ਮਦਦ ਵੀ ਨਹੀਂ ਕਰ ਸਕਦਾ, ਔਰ ਉਹ ਬਿਲਕੁਲ ਹੀ ਹਤਾਸ਼ ਹੋ ਜਾਂਦਾ, ਯਾਨੀ ਹੋਪਲੈਸ ਹੋ ਜਾਂਦਾ। ਫਿਰ ਉਸ ਟਾਈਮ ਦੇ ਉੱਤੇ ਬੰਦੇ ਦੇ ਮਨ 'ਚ ਕੰਟੈਂਪਲੇਸ਼ਨ ਆਉਂਦੀ ਹੈ ਕਿ ਮੈਂ ਕਿਉਂ ਨਾ ਆਪਣੇ ਆਪ ਨੂੰ ਖਤਮ ਕਰਕੇ ਇਹ ਸਾਰੀ ਪੇਨ ਤੋਂ ਜਾਂ ਇਹ ਸਾਰੀ ਜੋ ਵੀ ਉਸ ਟਾਈਮ ਤੇ ਸਥਿਤੀ ਬਣੀ ਹੋਈ ਹੈ ਉਸ ਤੋਂ ਮੈਂ ਸਾਰੀ ਨਿਜਾਤ ਕਿਉਂ ਨਹੀਂ ਪਾ ਲੈਂਦਾ। ਸੋ ਫਿਰ ਉਹ ਲੋਕ ਸੁਸਾਈਡਸ ਕਰਦੇ ਆ। ਜਿਸ ਤਰ੍ਹਾਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ, ਵਰਲਡ ਓਵਰ ਯੰਗਸਟਰਸ ਜਿਹੜੇ ਹੈਗੇ ਨੇ ਬਿਲੋ 40 ਇਅਰਸ ਆਫ ਏਜ ਜਿਨ੍ਹਾਂ ਨੂੰ ਕਿਹਾ ਜਾਂਦਾ, ਉਹ 50 to 70% ਹੁੰਦੇ ਨੇ ਟੋਟਲ ਸੁਸਾਈਡਸ ਦਾ। ਸੋ ਵੇਰੀਅਸ ਕਲਚਰਲ ਡਿਫਰੈਂਸਿਸ ਹੋ ਸਕਦੇ ਨੇ ਉਹਦੇ ਅੰਦਰ, ਪਰ 50 ਤੋਂ 70% ਜਿਹੜੇ ਹੈਗੇ ਨੇ ਉਹ ਚਾਹੇ ਉਹ ਕ੍ਰਾਈਮ ਬਿਊਰੋ ਹੈਗਾ, ਚਾਹੇ ਉਹ ਆਪਣਾ ਨੈਸ਼ਨਲ ਮੈਂਟਲ ਹੈਲਥ ਸਰਵੇ ਹੈ, ਦੇ ਵਿਲ ਗਿਵ ਯੂ ਦ ਸੇਮ ਫਿਗਰਸ। 2018 ਦੇ ਅੰਦਰ 1,17,000 ਲੋਕ ਸੀਗੇ। ਇਸੇ ਤਰ੍ਹਾਂ ਹੀ 2019 ਦੇ ਅੰਦਰ 1,34,000 ਲੋਕ ਸੀਗੇ। ਸੋ ਉਹ ਅੰਕੜੇ बढ़ रहे ने, हर साल बढ़ रहे ने। डॉक्टर साहब जैसी कोरोना काल की गल करिए, कोरोना काल च किन्ने लोगों ने अपनी जान गवा दी है ते रीजन की है जी। सो ਉਹਦੇ ਅੰਦਰ 3 waves of suicides ਜਦੋਂ ਆਪਾਂ ਹੁਣੇ ਦੇਖ ਰਹੇ ਹਾਂ ਕਿ 3 waves of suicides ਹੈਗੀਆਂ। ਫਰਸਟ ਵੇਵ ਜਿਹੜੀ ਮਾਰਚ ਟੂ ਅਪ੍ਰੈਲ ਸੀਗੀ, ਸੈਕੰਡ ਅਪ੍ਰੈਲ ਟੂ ਮਈ ਸੀ, ਤੇ ਥਰਡ ਵੇਵ ਜਿਹੜੀ ਹੁਣ ਚੱਲ ਰਹੀ ਹੈਗੀ ਹੈ। ਸੋ ਫਰਸਟ ਵੇਵ ਦੇ ਅੰਦਰ ਜੋ ਰਿਕਾਰਡਡ ਸੀਗਾ ਡਾਇਰੈਕਟਲੀ ਡਿਊ ਟੂ ਕਰੋਨਾ, ਦੈਟ ਵਾਸ 300 ਪੀਪਲ। ਅਪ ਟਿਲ ਨਾਓ 466 ਪੀਪਲ according to the National Mental Health Survey and the Crime Bureau, they have committed suicide directly responsible reasons corona ਦੇ ਕਰਕੇ, either unemployment ਹੈ ਔਰ ਜਾਂ financial losses ਹੈਗੇ ਨੇ, ਜਾਂ ਡਾਇਰੈਕਟ ਜਿਹੜੇ ਕੋਈ ਕਿਸੇ ਰਿਸ਼ਤੇਦਾਰ ਦੀ ਜਾਂ ਆਪਣੇ ਕਿਸੇ ਬਿਲਕੁਲ ਨੀਅਰ ਐਂਡ ਡੀਅਰ ਵਨ ਦੀ ਡੈਥ ਕਰੋਨਾ ਦੇ ਕਰਕੇ ਹੋ ਜਾਣਾ, ਉਹਦੇ ਕਰਕੇ ਹੈਗੇ ਨੇ। ਸੋ ਥੀਸ ਆਰ ਦਾ ਕਾਜ਼ਸ, ਥੀਸ ਆਰ ਦਾ ਪ੍ਰਾਇਮਰੀ ਕਾਜ਼ਸ ਜਿਹੜੇ ਇਸ ਦੇ ਅੰਦਰ ਦਿਖੇ ਨੇ ਹੁਣ। ਤੇ ਡਾਕਟਰ ਸਾਹਿਬ ਇਹਨੂੰ ਅਸੀਂ ਕਹਿ ਸਕਦੇ ਹਾਂ ਵੀ ਦਿਸ ਇਜ਼ ਡਿਊ ਟੂ ਸਟ੍ਰੈਸ, ਮਾਨਸਿਕ ਤਣਾਅ, ਜਾਂ ਮਾਨਸਿਕ ਤਣਾਅ ਕੁਝ ਅਲੱਗ ਚੀਜ਼ ਹੈ? ਸਟ੍ਰੈਸ ਇਜ਼ ਵਨ ਆਫ ਦਾ ਬਿਗੇਸਟ ਕੰਟਰੀਬਿਊਟਰ ਫੈਕਟਰਸ ਫॉर ਸੁਸਾਈਡ ਐਂਡ ਥੀਸ ਆਰ ਪ੍ਰੀਵੈਂਟੇਬਲ। ਇਹ अर्ਲੀ ਆਈਡੈਂਟੀਫਿਕੇਸ਼ਨ ਔਰ ਇਸ ਨੂੰ ਜਿਹੜਾ ਹੈਗਾ अर्ਲੀ ਮੈਨੇਜਮੈਂਟ ਕਰਕੇ ਇਹਨੂੰ ਪ੍ਰੀਵੈਂਟ ਔਰ ਰੋਕਿਆ ਜਾ ਸਕਦਾ ਹੈਗਾ। ਸੋ ਇਹ ਦੇਖਣਾ ਕਿ ਹਾਂ ਇਹਨਾਂ ਦੇ ਕੀ ਰਿਸਕ ਫੈਕਟਰਸ ਨੇ ਜਿਹੜੇ ਅਸੀਂ अर्ਲੀ ਆਈਡੈਂਟੀਫਾਈ ਕਰ ਲਈਏ। ਸੋ ਅਗਰ ਇੱਕ ਬੰਦਾ ਜਿਹਨੂੰ ਕਿ ਰੀਸੈਂਟਲੀ ਕੋਈ ਫਾਈਨੈਂਸ਼ੀਅਲ ਲਾਸ ਹੋਇਆ, ਜਾਂ ਉਸ ਦੀ ਫੈਮਿਲੀ ਦੇ ਅੰਦਰ ਕੋਈ ਕਨਫਲਿਕਟਸ ਹੋਏ ਨੇ, ਜਾਂ ਉਸ ਦੇ ਸਮਝ ਲਓ ਕਿ ਕੋਈ ਨਾ ਕੋਈ ਸਪਾਊਸ ਦੇ ਨਾਲ ਕੋਈ ਝਗੜਾ ਹੋਇਆ, ਜਾਂ ਡਾਈਵੋਰਸ ਹੋਇਆ, ਜਾਂ ਸੈਪਰੇਸ਼ਨ ਹੋਈ ਹੈ, ਜਾਂ ਕੋਈ ਲਵ ਲਾਈਫ ਦੇ ਅੰਦਰ ਕੋਈ ਪ੍ਰੋਬਲਮਸ ਆਈਆਂ ਨੇ। ਸੋ ਅਗਰ ਉਹੋ ਜਿਹਾ ਬੰਦਾ ਕੋਈ ਸੈਕਲੂਡ ਹੋ ਜਾਂਦਾ ਹੈਗਾ, ਜਾਂ ਉਹ ਸੁਸਾਈਡ ਬਾਰੇ ਗੱਲਾਂ ਕਰਨ ਲੱਗ ਪੈਂਦਾ ਹੈਗਾ, ਜਾਂ ਉਹ ਕੁਝ ਇਹੋ ਜਿਹੇ ਜੈਸਚਰਸ ਕਰਨ ਲੱਗ ਪੈਂਦਾ ਕਿ ਜਿਹਦੇ ਤੋਂ ਸਾਨੂੰ ਲੱਗ ਰਿਹਾ ਕਿ ਹੈ ਨਾ ਇਸ ਬੰਦੇ ਨੇ ਹੁਣੇ ਕੁਝ ਨਾ ਕੁਝ ਇਸ ਤਰ੍ਹਾਂ ਦੀ ਚੀਜ਼ ਕਰਨੀ ਹੈ। ਸੋ ਪਲੀਜ਼ ਇਟ ਇਜ਼ ਅ ਰਿਕੁਐਸਟ, ਇਹਨਾਂ ਚੀਜ਼ਾਂ ਨੂੰ ਸਟਿਗਮੈਟਾਈਜ਼ ਨਹੀਂ ਕਰਨਾ, ਇਹਨਾਂ ਚੀਜ਼ਾਂ ਨੂੰ ਕੋਈ ਲੇਬਲਿੰਗ ਨਹੀਂ ਕਿਸੇ ਨਾਲ ਕਰਨੀ ਚਾਹੀਦੀ। ਜਿਸ ਤਰ੍ਹਾਂ ਬਾਕੀ ਬਿਮਾਰੀਆਂ ਨੇ ਉਸ ਤਰ੍ਹਾਂ ਇਸ ਚੀਜ਼ ਦਾ ਵੀ ਹੱਲ ਹੈਗਾ, ਸਟ੍ਰੈਸ ਦਾ ਵੀ ਹੱਲ ਹੈਗਾ। ਸੁਸਾਈਡਸ ਆਰ ਪ੍ਰੀਵੈਂਟੇਬਲ। ਦੀ ਓਨਲੀ ਥਿੰਗ ਇਜ਼ ਅਵੇਅਰਨੈਸ। ਸੈਕਿੰਡ ਇਜ਼ अर्ਲੀ ਇੰਟਰਵੈਂਸ਼ਨ। अर्ਲੀ ਇੰਟਰਵੈਂਸ਼ਨ ਦਾ ਮਤਲਬ ਹੈਗਾ ਕਿ ਸਾਈਕੈਟਰਿਸਟ ਕੋਲ ਜਾਂ ਸਾਈਕੋਲੋਜਿਸਟ ਕੋਲ ਲੈ ਕੇ ਜਾਓ ਉਸ ਪੇਸ਼ੈਂਟ ਨੂੰ। ਉੱਥੇ ਡਾਕਟਰ ਸਾਹਿਬ ਇੱਕ ਸਵਾਲ ਬੜਾ ਵੱਡਾ ਹੈ ਫਿਰ, ਉਹ ਕਿਸ ਤਰ੍ਹਾਂ ਦੇਖੋ ਜੀ, ਕਿਸੇ ਨੂੰ ਤਾਂ ਪਤਾ ਨਹੀਂ ਨਾ ਜੀ ਦਾ ਮੈਨ ਇਜ਼ ਗੋਇੰਗ ਟੂ ਸੁਸਾਈਡ, ਇਹ ਆਪਣੇ ਆਪ ਨੂੰ ਮਾਰਨ ਜਾ ਰਿਹਾ ਹੈ, ਉਹ ਕਿਸ ਤਰ੍ਹਾਂ ਉਹਦਾ ਆਇਡੈਂਟੀਫਿਕੇਸ਼ਨ ਕਿਸ ਤਰ੍ਹਾਂ ਹੋਏਗੀ? ਬੰਦਾ ਆਪਣੇ ਆਪ ਨੂੰ ਅਗਰ ਸੈਕਲੂਡ ਕਰ ਰਿਹਾ, ਬੰਦਾ ਆਪਣੇ ਆਪ ਨੂੰ ਅਗਰ ਬਾਕੀਆਂ ਤੋਂ ਅਲੱਗ ਥਲੱਗ ਕਰ ਰਿਹਾ ਹੈਗਾ, ਬੁਲਾਣਾ ਲੋਕਾਂ ਨੂੰ ਬੰਦ ਕਰ ਦਿੱਤਾ ਹੈਗਾ, ਜਾਂ
ਕੁਝ ਇਹੋ ਜਿਹੇ ਜੈਸਚਰਸ ਸ਼ੋ ਕਰ ਰਿਹਾ ਹੈਗਾ ਜਾਂ ਸੁਸਾਈਡ ਦੇ ਬਾਰੇ ਗੱਲਾਂ ਕਰ ਰਿਹਾ ਹੈਗਾ ਜਾਂ ਉਹ ਬੰਦਾ ਡਿਪਰੈਸਿਵ ਆਈਡੀਓਲੋਜੀ ਔਰ ਡਿਪਰੈਸਿਵ ਟਾਕ ਕਰ ਰਿਹਾ ਹੈਗਾ ਕਿ ਕੁਝ ਵੀ ਨਹੀਂ ਹੋ ਸਕਦਾ, ਮੇਰਾ ਕੁਝ ਨਹੀਂ ਬਣਨਾ, ਇਹੋ ਜਿਹੀਆਂ ਗੱਲਾਂ ਅਗਰ ਕਰ ਰਿਹਾ ਹੈ, ਥੀਸ ਆਰ अर्ਲੀ ਸਾਈਨਸ ਆਫ ਆਈਡੈਂਟੀਫਿਕੇਸ਼ਨ। ਸੋ ਇਹਨਾਂ ਨੂੰ अर्ਲੀ ਆਈਡੈਂਟੀਫਾਈ ਕਰਕੇ ਇਹਨਾਂ ਨੂੰ ਅਸੀਂ ਇੰਟਰਵੀਨ ਕਰ ਸਕਦੇ ਹਾਂ ਇਹਦੇ ਅੰਦਰ, ਕਿਉਂਕਿ ਉਸ ਟਾਈਮ ਤੇ ਇੰਪਲਸਿਵਿਟੀ ਜਿਹੜੀ ਹੈ ਉਹ ਬਹੁਤ ਹਾਈ ਹੁੰਦੀ ਹੈ, ਯਾਨੀ ਕਿ ਉਹ ਬੰਦਾ ਉਸ ਟਾਈਮ ਤੇ ਇੰਪਲਸਿਵ ਹੋ ਸਕਦਾ ਹੈਗਾ, ਇੰਪਲਸਿਵ ਹੋ ਕੇ ਕਿਸੇ ਵੀ ਮੂਵਮੈਂਟ ਤੇ ਉਹ ਅਗਲਾ ਬੰਦਾ ਇਸ ਚੀਜ਼ ਨੂੰ ਅਟੈਂਪਟ ਕਰ ਸਕਦਾ ਹੈਗਾ। ਅੱਛਾ ਡਾਕਟਰ ਸਾਹਿਬ, ਜੇ ਅਸੀਂ ਗੱਲ ਕਰੀਏ ਅੱਜ ਕੱਲ੍ਹ ਵਿਵਾਹਿਕ ਜੀਵਨ ਦੇ ਕਾਰਨ ਉਹ ਵੀ ਕੋਈ ਬਣ ਰਿਹਾ ਕਾਰਨ ਜੀ ਆਤਮ ਹੱਤਿਆ ਦਾ, ਤੁਹਾਡੇ ਕੋਲ ਤੱਕ ਇਹ ਸਾਹਮਣੇ ਹੋਣੇ? ਹਾਂਜੀ, ਉਹ ਵੀ ਕਾਰਨ ਬਣ ਰਿਹਾ ਹੈਗਾ, ਉਹ ਇੱਕ ਬੜਾ ਵੱਡਾ ਕਾਰਨ ਬਣ ਰਿਹਾ ਕਿ ਜਿਹੜੀ ਸੈਕਸ਼ੂਅਲ ਡਿਸਫੰਕਸ਼ਨਸ ਹੈਗੇ ਨੇ ਜਾਂ ਮੈਰਿਟਲ ਡਿਸਕੋਰਡਸ ਨੇ ਜਾਂ ਆਪਸ ਦੇ ਵਿੱਚ ਮਨਮੁਟਾਵ ਰਹਿੰਦੇ ਨੇ ਹਸਬੈਂਡ ਵਾਈਫ ਦੇ, ਸੋ ਇਹ ਵੀ ਇੱਕ ਬਹੁਤ ਵੱਡਾ ਕਾਜ਼ ਬਣ ਰਿਹਾ ਹੈਗਾ ਔਰ ਇਹਦੇ ਕਾਰਨ ਡਾਈਵੋਰਸਿਸ ਬਹੁਤ ਵੱਧ ਗਏ ਨੇ। ਸੋ ਡਾਈਵੋਰਸ ਹੋ ਜਾਣਾ, ਫੈਮਿਲੀ ਸੈਪਰੇਸ਼ਨ ਹੋ ਜਾਣਾ ਜਾਂ ਉਸ ਦੇ ਕਾਰਨ ਕੇਸ ਹੋ ਜਾਣਾ, ਇਹ ਇੱਕ ਇੰਪੋਰਟੈਂਟ ਕਾਜ਼ਸ ਜਿਹੜੇ ਹੈਗੇ ਆ ਉਹ ਬਣ ਰਹੇ ਨੇ ਸੁਸਾਈਡਸ ਦਾ। ਅੱਛਾ ਡਾਕਟਰ ਸਾਹਿਬ, ਅਸੀਂ ਜੇ ਗੱਲ ਕਰੀਏ ਜਿਵੇਂ ਪਹਿਲੇ, ਹੁਣ ਤਾਂ ਵੈਸਟਰਨ ਕਲਚਰ ਹੈਵੀ ਹੋ ਗਿਆ, ਜੁਆਇੰਟ ਫੈਮਿਲੀਜ਼ ਦਾ ਕਲਚਰ ਖਤਮ ਹੋ ਗਿਆ, ਤੁਹਾਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਹ ਵੀ ਬਹੁਤ ਅਸਰ ਪਾ ਰਿਹਾ ਹੈ ਇਹਦੇ ਤੇ? ਲੋਕ ਜਿਹੜੇ ਸੁਸਾਈਡ ਕਰ ਰਹੇ ਇਹਨੂੰ ਵਧਾਵਾ ਦੇ ਰਹੇ ਹਨ? ਸਟ੍ਰੈਸ ਔਰ ਜਿਹੜਾ ਸੁਸਾਈਡਸ ਹੈਗੇ ਨੇ ਜਾਂ ਡਿਪਰੈਸ਼ਨ ਹੈਗਾ, ਜਦੋਂ ਫੈਮਲੀਜ਼ ਇਕੱਠੀਆਂ ਸੀਗੀਆਂ ਅੱਜ ਤੋਂ ਕੁਝ ਸਾਲ 10 ਸਾਲ 15 ਸਾਲ ਪਹਿਲਾਂ, ਅਸੀਂ ਉਹ ਅੰਕੜੇ ਅਗਰ ਕੰਪੇਅਰ ਕਰੀਏ ਤਾਂ ਉਹ ਅੰਕੜੇ ਅੱਜ ਦੇ ਨਾਲੋਂ 2.5 ਗੁਣਾ ਘੱਟ ਸੀਗੇ। ਓਕੇ, ਸੋ ਕਿਤੇ ਨਾ ਕਿਤੇ ਇਹ ਇੱਕ ਬੜਾ ਵੱਡਾ ਮੇਜਰ ਕੰਟਰੀਬਿਊਟਰ ਹੈਗਾ, ਕਿਉਂਕਿ ਫੈਮਿਲੀ ਇੱਕ ਬਹੁਤ ਵੱਡਾ ਬਫਰ ਹੈ। ਭਰਾ ਭੈਣ ਅਗਰ ਇਕੱਠੇ ਨੇ ਤੇ ਜੇ ਕਿਸੇ ਨੂੰ ਕੋਈ ਇੱਕ ਜਣੇ ਨੂੰ ਕੋਈ ਪ੍ਰੋਬਲਮ ਆਂਦੀ ਵੀ ਹੈ, ਸੋ ਉਹ ਪ੍ਰੋਬਲਮਸ ਜਿਹੜੀਆਂ ਹੈਗੀਆਂ ਨੇ ਉਹ ਡਿਸਕਸ ਕਰਕੇ, ਉਹ ਫੈਮਿਲੀ ਦੇ ਨਾਲ ਸ਼ੇਅਰ ਕਰਕੇ ਉਹਨਾਂ ਪ੍ਰੋਬਲਮਸ ਦਾ ਹੱਲ ਨਿਕਲ ਜਾਂਦਾ। ਅਗਰ ਫਾਈਨੈਂਸ਼ੀਅਲ ਲਾਸ ਇੱਕ ਬੰਦੇ ਨੂੰ ਹੋਇਆ ਹੈਗਾ ਤਾਂ ਉਹ ਫਾਈਨੈਂਸ਼ੀਅਲ ਲਾਸ ਡਿਵਾਈਡ ਹੋ ਜਾਂਦਾ ਸਾਰੀ ਫੈਮਿਲੀ ਦੇ ਅੰਦਰ, ਜਦੋਂ ਅਸੀਂ ਉਹ ਚੀਜ਼ ਨੂੰ ਇਕੱਠਾ, ਇੱਕ ਫੈਮਿਲੀ ਨੂੰ ਇਕੱਠਿਆਂ ਲੈ ਕੇ ਚੱਲਦੇ ਹਾਂ। ਪਰ ਜਦੋਂ ਅਸੀਂ ਫੈਮਿਲੀਜ਼ ਦੀਆਂ ਨਿਊਕਲੀਅਰਾਈਜੇਸ਼ਨ ਹੋ ਗਈ, ਹਰ ਬੰਦਾ ਕਹਿੰਦਾ ਜੀ ਮੈਨੂੰ ਸਪੇਸ ਚਾਹੀਦੀ ਹੈ, ਮੈਨੂੰ ਜੀ ਆਪਣੀ ਲਾਈਫ ਦੇ ਅੰਦਰ ਇੰਟਰਫੇਰੈਂਸ ਨਹੀਂ ਚਾਹੀਦੀ, ਪਰ ਉਹ ਇੰਟਰਫੇਰੈਂਸ ਨੂੰ ਨੇਗੇਟ ਕਰਦੇ ਕਰਦੇ ਕਿਤੇ ਨਾ ਕਿਤੇ ਅਸੀਂ ਆਪਣੀ ਜਿਹੜੀਆਂ ਪੋਜ਼ਿਟਿਵਿਟੀਜ਼ ਸੀਗੀਆਂ ਫੈਮਿਲੀ ਵੱਲੋਂ ਉਹ ਵੀ ਖਤਮ ਕਰ ਲਈਆਂ ਔਰ ਉਹ ਬਫਰਸ ਜਿਹੜੇ ਸੀਗੇ ਸਾਡੇ ਪਰਿਵਾਰ ਦੇ, ਜਿਹੜਾ ਸਾਡੇ ਸਟ੍ਰੈਸ ਨੂੰ ਅਬਜ਼ੌਰਬ ਕਰ ਲੈਂਦੇ ਸੀਗੇ ਸ਼ੌਕ ਅਬਜ਼ੌਰਬਰ ਵਾਂਗੂ, ਉਹ ਚੀਜ਼ਾਂ ਅਸੀਂ ਖਤਮ ਕਰ ਲਈਆਂ ਅੱਜ। ਤੇ ਡਾਕਟਰ ਸਾਹਿਬ, ਜੇ ਅਸੀਂ ਫਿਰ ਸਰਕਾਰ ਕੋਲੋਂ ਕਿਸ ਤਰ੍ਹਾਂ ਦੀ ਅਸੀਂ ਕਹਿੰਦੇ ਹਾਂ ਵੀ ਕਿਸ ਤਰ੍ਹਾਂ, ਕਿਉਂਕਿ ਇਹ ਬੜਾ ਮੇਜਰ ਲਾਸ ਹੈ ਸਮਾਜ ਦਾ, ਦੇਸ਼ ਦਾ, ਜੇ 1.5 ਲੱਖ ਬੰਦਾ ਸੁਸਾਈਡ ਹੀ ਕਰ ਲੈਂਦਾ ਹੈ, ਖਾਸ ਕਰਕੇ ਉਹਦੇ 'ਚ ਜੇ ਗਿਣਤੀ ਬਹੁਤ ਵੱਡੀ ਗਿਣਤੀ ਯੰਗਸਟਰਸ ਦੀ ਹੈ, ਤੇ ਕੀ ਵਾਟ ਪ੍ਰੀਵੈਂਟਿਵ ਮੈਜਰ ਸ਼ੁੱਡ ਬੀ ਟੇਕਨ? ਦੇਖੋ, ਸਭ ਤੋਂ ਪਹਿਲਾਂ ਤੇ ਇਹੀ ਹੈਗਾ ਕਿ ਮਾਨਸਿਕ ਬਿਮਾਰੀਆਂ ਔਰ ਦਿਮਾਗੀ ਰੋਗਾਂ ਤੇ ਸਰਕਾਰ ਬਹੁਤ ਘੱਟ ਧਿਆਨ ਦੇ ਰਹੀ ਹੈ। ਹੈਲਥ ਦਾ 1.7% ਹੀ ਸਿਰਫ ਸਾਈਕੈਟ੍ਰਿਕ ਇਲਨੈਸ ਔਰ ਮੈਂਟਲ ਇਲਨੈਸ ਨੂੰ ਦਿੱਤਾ ਜਾਂਦਾ, ਜਦਕਿ ਅਗਰ ਕੰਪੇਅਰ ਕਰਾਂ ਮੈਂ ਕੈਂਸਰ ਨਾਲ ਹੋਣ ਵਾਲੀਆਂ ਜਿਹੜੀਆਂ ਡੈਥਸ ਹੈਗੀਆਂ ਨੇ, ਇਹ ਅੰਕੜਾ ਕਿਤੇ ਨਾ ਕਿਤੇ ਉਹਨਾਂ ਡੈਥਸ ਦੇ ਕੰਪੇਰੇਬਲ ਹੈਗਾ। ਸੋ ਇਹਨਾਂ ਨੂੰ ਅਗਰ ਦੇਖਿਆ ਜਾਵੇ ਤਾਂ ਉਹਨਾਂ ਦਾ ਬਜਟ ਕਿੰਨਾ ਦੇ ਰਹੇ ਨੇ ਕੈਂਸਰ ਨੂੰ, ਔਰ ਇਹ ਹੈਲਦੀ ਔਰ ਯੰਗਸਟਰਸ ਨੇ ਜਿਹੜੇ ਸੁਸਾਈਡਸ ਕਰ ਰਹੇ ਨੇ। ਸੋ ਸਰਕਾਰ ਨੂੰ ਕਿਤੇ ਨਾ ਕਿਤੇ ਹੁਣ ਜਾਗਣਾ ਚਾਹੀਦਾ, ਸਰਕਾਰ ਨੂੰ ਇਹ ਚੀਜ਼ ਸੋਚਣੀ ਚਾਹੀਦੀ ਹੈ ਕਿ ਅਸੀਂ ਅਵੇਅਰਨੈਸ ਜਿਹੜੀ ਸਾਈਕੈਟ੍ਰਿਕ ਇਲਨੈਸਿਸ ਨੂੰ ਹੈਗੀ ਹੈ ਔਰ ਦਿਮਾਗੀ ਬਿਮਾਰੀਆਂ ਨੂੰ ਜਿਹੜੀ ਹੈਗੀ ਹੈ ਜਾਂ ਡਿਪਰੈਸ਼ਨ ਨੂੰ ਹੈ ਜਾਂ ਸਟ੍ਰੈਸ ਨੂੰ ਲੈ ਕੇ ਜਿਹੜੀ ਅਵੇਅਰਨੈਸ ਹੈਗੀ ਹੈ, ਅਸੀਂ ਉਹ ਕਿਸ ਤਰ੍ਹਾਂ ਕ੍ਰੀਏਟ ਕਰ ਸਕਦੇ ਹੈਗੇ ਹਾਂ। ਸਰਕਾਰ ਕੋਲ ਸਾਰੇ ਸਾਧਨ ਨੇ ਅਵੇਅਰਨੈਸ ਕ੍ਰੀਏਟ ਕਰਨ ਦੇ, ਅਵੇਅਰਨੈਸ ਪੈਦਾ ਕਰਨ ਦੇ ਲੋਕਾਂ ਨੂੰ, ਕਿ ਲੋਕੀ ਅਵੇਅਰ ਹੋਣ ਇਹਨਾਂ ਚੀਜ਼ਾਂ ਨੂੰ। ਅੱਜ ਵੀ ਤੁਸੀਂ ਪਿੰਡਾਂ 'ਚ ਦੇਖੋ ਤੇ ਇਹ ਲੋਕ ਜਿਹੜੇ ਹੈਗੇ ਨੇ ਅਖੌਤੀ ਬਾਬਿਆਂ ਕੋਲ ਜਾ ਕੇ ਝਾੜ ਫੂਕ ਕਰਾ ਰਹੇ ਨੇ, ਕੀ ਇਹ ਲੈਕ ਆਫ ਅਵੇਅਰਨੈਸ ਨਹੀਂ ਹੈ? ਸੋ ਅਵੇਅਰਨੈਸ ਪੈਦਾ ਕਰਨਾ ਸਰਕਾਰ ਦੀ ਰਿਸਪੌਂਸਿਬਿਲਿਟੀ ਹੈ। ਹੈਲਥ ਫॉर ਆਲ ਦੀ ਅਗਰ ਆਪਾਂ ਗੱਲ ਕੀਤੀ ਹੈ, ਹੈਲਥ ਫॉर ਆਲ ਬਾਈ 2020, ਤੇ ਉਹਦੇ ਅੰਦਰ ਅਸੀਂ ਮੈਂਟਲ ਹੈਲਥ ਔਰ ਸਾਈਕੈਟ੍ਰਿਕ ਇਲਨੈਸ ਨੂੰ ਕਿੰਨੀ ਇੰਪੋਰਟੈਂਸ ਦਿੱਤੀ ਹੈ। ਸੋ ਇੰਪੋਰਟੈਂਸ ਦੇਣਾ ਸਰਕਾਰ ਨੂੰ ਦੇਣੀ ਚਾਹੀਦੀ। ਸੈਕਿੰਡ, ਯੂਥ ਨੂੰ ਓਪਰਚੁਨਿਟੀਜ਼ ਮਿਲਣੀਆਂ ਚਾਹੀਦੀਆਂ ਨੇ ਇੰਪਲੋਇਮੈਂਟ ਵਾਸਤੇ ਜਾਂ ਐਂਟਰਪ੍ਰੀਨਿਓਰਸ਼ਿਪ ਵਾਸਤੇ। ਅਗਰ ਕੋਈ ਪੜ੍ਹਿਆ ਲਿਖਿਆ MBA ਜਾਂ ਕੰਪਿਊਟਰ ਦਾ ਇੰਜੀਨੀਅਰ ਕੋਈ ਲੜਕਾ ਹੈਗਾ ਤਾਂ ਉਸ ਨੂੰ, ਅੱਜ ਸਾਡਾ ਯੂਥ ਲੈਕ ਆਫ ਓਪਰਚੁਨਿਟੀਜ਼ ਦੇ ਕਰਕੇ ਵੈਸਟ ਵੱਲ ਜਾ ਰਿਹਾ ਹੈਗਾ,
ਕੈਨੇਡਾ ਦੇ ਅੰਦਰ ਜਾ ਕੇ ਉਹੀ ਯੂਥ ਕਿੰਨਾ ਸਕਸੈਸਫੁਲ ਹੋ ਜਾਂਦਾ। ਸੋ ਉਹ ਐਂਟਰਪ੍ਰੀਨਿਓਰਸ਼ਿਪ ਔਰ ਉਹ ਇੱਕ ਸਪੋਰਟ ਜਿਹੜੀ ਯੂਥ ਨੂੰ ਹੈਗੀ ਹੈ, ਅਗਰ ਉਹ ਸਰਕਾਰ ਇੰਡੀਆ 'ਚ ਹੀ ਦੇਵੇ ਤਾਂ ਕੀ ਸਾਡਾ ਇੰਡੀਆ ਉਹਨਾਂ ਦੇਸ਼ਾਂ ਦੇ ਕੰਪੈਰੇਬਲ ਨਹੀਂ ਖੜਾ ਹੋ ਸਕਦਾ? ਕਿਉਂਕਿ ਯੂਥ ਤਾਂ ਸਾਡਾ ਹੀ ਹੈ। ਯੂਐਸ ਦੇ ਅੰਦਰ ਗੱਲ ਕਰੋ ਤਾਂ 40% ਡਾਕਟਰ ਜਿਹੜੇ ਹੈਗੇ ਉਹ ਇੰਡੀਆ ਤੋਂ ਗਏ ਹੋਏ ਨੇ, 50% ਸਾਇੰਸਦਾਨ ਨਾਸਾ ਦੇ ਅੰਦਰ ਇੰਡੀਅਨਸ ਨੇ, ਸਿਲੀਕਨ ਵੈਲੀ ਦੇ ਅੰਦਰ ਕਰੀਬਨ 37% ਜਿਹੜੇ ਹੈਗੇ ਨੇ मतलब इंडियन बाहर जाके सक्सेसफुल हो रहे क्योंकि इत्थे उन्होंने मौका नहीं मिल रहा। ਇੱਥੇ ਮੌਕਾ ਨਹੀਂ ਮਿਲ ਰਿਹਾ ਜੀ। ਬਹੁਤ ਐਗਜ਼ਾਮਪਲਸ ਨੇ ਜਿਹੜੀਆਂ ਇੱਥੇ ਮੌਕਾ ਨਹੀਂ ਮਿਲ ਰਿਹਾ, ਔਰ ਉਹ ਲੋਕਾਂ ਨੇ ਰੈਵਨਿਊ ਜਨਰੇਟ ਕਰਕੇ ਸਾਡੇ ਦੇਸ਼ ਦੀ ਤਰੱਕੀ ਕਰਨੀ ਹੈ। ਮੇਕ ਇਨ ਇੰਡੀਆ ਪ੍ਰੋਜੈਕਟ ਜਿਹੜਾ ਹੈਗਾ ਉਹਨੂੰ ਸਕਸੈਸਫੁਲ ਤਾਂ ਯੂਥ ਨੇ ਕਰਨਾ। ਅਗਰ ਯੂਥ ਆਪਣੀਆਂ ਜਾਨਾਂ ਗਵਾਈ ਜਾਏਗਾ ਇਸ ਤਰੀਕੇ ਦੇ ਨਾਲ, ਸੁਸਾਈਡਸ ਦੇ ਨਾਲ, ਤੇ that is the worst case scenario for Indians and that is the worst case scenario for India। ਡਾਕਟਰ ਸਾਹਿਬ ਸਾਡੇ ਨਾਲ ਗੱਲ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਕੁਝ ਹੋਰ ਮੈਸੇਜ ਦੇਣਾ ਚਾਹੋ ਤੁਸੀਂ ਤੇ? ਧੰਨਵਾਦ ਦੀਪਕ ਜੀ ਤੁਹਾਡਾ ਵੀ। ਪਰ ਇੱਕ ਡੈਫੀਨਿਟਲੀ ਲਾਸਟ ਇੱਕ ਇਹ ਮੈਸੇਜ ਜ਼ਰੂਰ ਦੇਣਾ ਚਾਹੂੰਗਾ ਕਿ ਇਹ ਡੈਥਸ ਜਿਹੜੀਆਂ ਹੈਗੀਆਂ ਨੇ, ਜਿਹੜੀਆਂ ਸੁਸਾਈਡ ਦੇ ਨਾਲ ਹੋ ਰਹੀਆਂ ਨੇ, ਇਹ ਪ੍ਰੀਵੈਂਟੇਬਲ ਡੈਥਸ ਨੇ। ਸਿਰਫ ਜਾਗਰੂਕਤਾ ਪੈਦਾ ਕਰਨ ਦੀ ਜ਼ਰੂਰਤ ਹੈ ਔਰ ਅਰਲੀ ਇੰਟਰਵੈਂਸ਼ਨ ਕਰਨ ਦੀ ਜ਼ਰੂਰਤ ਹੈ, ਔਰ ਸਾਨੂੰ ਇਸ ਟਾਈਮ ਤੇ ਇਹ ਕ੍ਰੀਏਟ ਕਰਨ ਦੀ ਲੋੜ ਹੈ ਸਮਾਜ ਦੇ ਅੰਦਰ ਕਿ ਇਹ ਲੋਕ ਧਿਤਕਾਰੇ ਨਹੀਂ ਜਾਣੇ ਚਾਹੀਦੇ, ਇਹਨਾਂ ਨੂੰ ਸਟਿਗਮੇਟਾਈਜ਼ नहीं किया जाना चाहिए, पर रादर इन्होंने ट्रीटमेंट अपॉर्चुनिटीज प्रोवाइड की जानी चाहिए। बहुत बहुत धन्यवाद आपका हमारे साथ बात करने के लिए। ये थे डॉक्टर हरजोत सिंह मक्कड़, जिन्होंने बताया है कि हर साल करीब 1,40,000 जो लोग हैं आत्महत्या देश में कर रहे हैं। कोरोना काल में लोग बेरोजगार हो गए, लोगों के पास काम नहीं रहा, उन्होंने भी आत्महत्याओं का आंकड़ा है जो बढ़ रहा है। इन आत्महत्याओं को रोका जा सकता है। उन युवाओं को खास करके समझाने की ज़रूरत है जो अपनी जीवन लीला ही समाप्त करने पर तुले हुए हैं। हमारा भी अपने चैनल के माध्यम से लोगों को यही संदेश है कि अपने आसपास, खासकर अपने घरों में अपने बच्चों पर खास ध्यान दें कि कहीं वह मानसिक तनाव में तो नहीं, कहीं ऐसा ना हो जब तक आप जागें तब तक बहुत देर हो जाए। अमृतसर से D4 न्यूज़ के लिए दीपक भंडारी की खास रिपोर्ट।